ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਹਲਾ ਤੀਜਾ। ਗੁਰ ਸਭਾ ਏਵਨ ਪਾਈਐ, ਨਾ ਨੇੜੇ ਨਾ ਦੂਰ। ਨਾਨਕ ਸਤਿਗੁਰ ਤਾਂ ਮਿਲੈ, ਜਾ ਮਨ ਰਹੈ ਹਦੂਰ। ਇਹ ਪਵਿੱਤਰ ਸ਼ਬਦ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਸ਼੍ਰੀ ਰਾਗ ਕੀ ਵਾਰ ਚੋਂ ਮਹੱਲਾ ਤੀਜਾ। ਗੁਰ ਸਭਾ ਏਵ ਨ ਪਾਈਐ, ਨਾ ਨੇੜੇ ਨਾ ਦੂਰ। ਭਾਵ ਗੁਰੂ ਦੀ ਸੰਗਤ ਜਾਂ ਗੁਰੂ ਦੀ ਚਰਨ ਸ਼ਰਨ ਜਾਂ ਗੁਰੂ ਦੇ ਨੇੜੇ ਕਿਵੇਂ ਬੈਠ ਸਕਦੇ ਹਾਂ। ਜੇ ਅਸੀਂ ਸੋਚੀਏ ਵੀ ਅਸੀਂ ਗੁਰੂ ਘਰ ਆ ਕੇ ਗੁਰੂ ਦੇ ਨੇੜੇ ਆ ਗਏ ਹਾਂ, ਤਾਂ ਸ਼ਾਇਦ ਇਹ 'ਚ ਫਰਕ ਹੈ। ਜਿੰਨਾ ਚਿਰ ਸਾਡਾ ਮਨ ਇੱਥੇ ਨਹੀਂ, ਜਿਹੜੇ ਇੱਥੇ ਆ ਕੇ ਮਨ ਨੂੰ ਵੀ ਇੱਥੇ ਰੱਖਦੇ ਹੈ, ਉਹ ਗੁਰੂ ਨਾਲ ਜੁੜੇ ਹੋਏ ਹਨ। ਜਿਹੜੇ ਇੱਥੇ ਆ ਕੇ ਮਨ ਨੂੰ ਫਿਰ ਆਪਣੇ ਧੰਦਿਆਂ ਵਿੱਚ ਲੈ ਗਏ, ਆਪਣੇ ਕੰਮਾਂ ਵਿੱਚ ਲੈ ਗਏ ਵੀ ਯਾਰ ਫਲਾਨਾ ਕੰਮ ਵੀ ਕਰਨਾ ਸੀ, ਛੇਤੀ ਚੱਲੀਏ, ਨਾਲੇ ਬੈਠੇ ਆ ਨਾਲੇ ਸੋਚੀ ਜਾਂਦੇ ਆ, ਤਾਂ ਸਮਝੋ ਕਿ ਸਾਡਾ ਮਨ ਜਿਹੜਾ ਹੈ ਦੂਰ ਹੈ, ਅਤੇ ਅਸੀਂ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਵੀ ਦੂਰ ਹਾਂ। ਅਤੇ ਜੇ ਗੁਰੂ ਪਿਆਰਿਓ ਅਸੀਂ ਗੁਰੂ ਘਰ ਨਹੀਂ ਆਏ, ਪਰ ਘਰੇ ਬੈਠੇ ਸੋਚ ਰਹੇ ਹਾਂ ਯਾਰ ਗੁਰੂ ਘਰ ਜਾਣਾ ਸੀ, ਅੱਜ ਆ ਕੰਮ ਹੋ ਗਿਆ, ਕਿਵੇਂ ਕਰੀਏ? ਜੇ ਤੁਹਾਡੀ ਸੋਚ ਉੱਥੋਂ ਮਨ ਗੁਰੂ ਚਰਨਾਂ 'ਚ ਪਿਆ, ਤਾਂ ਫਿਰ ਤੁਸੀਂ ਇੱਥੇ ਹਾਜ਼ਰ ਹੋ ਰਹੇ ਹੋ, ਕਿਉਂਕਿ ਗੁਰੂ ਚਰਨਾਂ ਵਿੱਚ ਮਨ ਦੀ ਹਾਜ਼ਰੀ ਬੜੀ ਜ਼ਰੂਰੀ ਹੈ। ਜਿਵੇਂ ਤੀਸਰੇ ਪਾਤਸ਼ਾਹ ਜੀ ਦਾ ਆਪਾਂ ਇਹ ਬਚਨ ਸਰਵਣ ਕੀਤਾ, ਗੁਰ ਸਭਾ ਏਵ ਨ ਪਾਈਐ, ਨਾ ਨੇੜੇ ਨਾ ਦੂਰ। ਨਾਨਕ ਸਤਿਗੁਰ ਤਾਂ ਮਿਲੇ, ਜਾ ਮਨ ਰਹੇ ਹਦੂਰ। ਜੇ ਸਾਡਾ ਮਨ ਨੇੜੇ ਹੈ ਤਾਂ ਅਸੀਂ ਗੁਰੂ ਕੋਲ ਹਾਂ, ਨਹੀਂ ਤਾਂ ਗੁਰੂ ਦੇ ਕੋਲੇ ਬੈਠੇ ਵੀ ਮਨ ਕਰਕੇ ਅਸੀਂ ਦੂਰ ਹਾਂ, ਅਤੇ ਅਸੀਂ ਗੁਰੂ ਤੋਂ ਦੂਰ ਹਾਂ। ਤਾਈਓ ਤਾਂ ਕਹਿੰਦੇ ਆ ਨਾ, ਬੜ ਭਾਗੀ ਸਤ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੇ। ਵੱਡੇ ਭਾਗਾਂ ਵਾਲੇ ਹੀ ਗੁਰੂ ਦੀ ਸੰਗਤ ਦਾ ਲਾਹਾ ਲੈਂਦੇ ਆ, ਮਾੜੇ ਭਾਗਾਂ ਵਾਲੇ ਗੁਰੂ ਕੀ ਸੰਗਤ ਵਿੱਚ ਬੈਠ ਕੇ ਵੀ ਸੋਚਾਂ ਹੋਰ ਹੀ ਸੋਚੀ ਜਾਂਦੇ ਆ। ਫਲਾਣੇ ਦੇ ਕੱਪੜੇ ਕਿਹੋ ਜਿਹੇ ਪਾਏ ਆ, ਫਲਾਣੀ ਦੇ ਟੂਮਾਂ ਕਿਹੋ ਜਿਹੀਆਂ ਪਾਈਆਂ, ਆ ਫਲਾਣੀ ਵੀ ਆ ਗਈ, ਫਲਾਣਾ ਵੀ ਆ ਗਿਆ ਜੀ। ਇੱਥੇ ਬੈਠੇ ਬੈਠੇ ਧਿਆਨ ਸਾਡਾ ਭਟਕ ਰਿਹਾ, ਅਤੇ ਤੁਸੀਂ ਇੱਥੇ ਬੈਠ ਕੇ ਵੀ ਗੈਰ ਹਾਜ਼ਰ ਹੋ ਰਹੇ ਹੋ। ਕੋ ਸਤਨਾਮ ਸ੍ਰੀ। ਜਿਸ ਤਰ੍ਹਾਂ ਗੁਰੂ ਪਿਆਰਿਓ ਸੈਣ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ, ਹਿਰਦੇ ਵਸਿਆ, ਪਾਰ ਬ੍ਰਹਮ ਭਗਤਾ ਮੈਂ ਗਣਿਆ। ਹੁਣ ਜਿਹੜਾ ਸੈਣ ਨਾਈ ਹੈ, ਇਹ ਇੱਕ ਰਾਜੇ ਦੀ ਮਾਲਿਸ਼ ਕਰਦਾ। ਬੁਤਕਾਰੀਆ, ਬੁੱਤਾਂ ਦੀ ਸੇਵਾ ਕਰਨੀ, ਭਾਵ ਸਰੀਰ ਦੀ ਮਾਲਿਸ਼ ਕਰਨੀ। ਸਰੀਰ ਬੋਤੀ ਆ, ਜੇ ਵਿੱਚੋਂ ਬੋਲਣ ਵਾਲ ਨਿਕਲ ਜੇ ਤੇ ਮੁੜ ਕੇ ਇਹ ਬੋਤੀ ਰਹਿ ਜਾਂਦਾ। ਕਹੋ ਸਤਨਾਮ ਸ੍ਰੀ।
पर एक दिन कुदरती राजे ਦੀ सेवा ਦੇ ਵਿੱਚ ਭਗਤ ਸੈਨ ਹਾਜ਼ਰ ਨਾ ਹੋ ਸਕਿਆ। ਕਾਰਨ ਕਿ ਇਹ ਸਤਸੰਗੀ ਵੀ ਸੀਗਾ, ਸਾਧੂਆਂ ਦੀ ਸੰਗਤ ਵੀ ਕਰਿਆ ਕਰਦਾ ਸੀਗਾ ਤੇ ਆਪਣੀ ਡਿਊਟੀ ਵੀ ਕਰਿਆ ਕਰਦਾ ਸੀ। ਤੇ ਇੱਕ ਦਿਨ ਕੁਦਰਤੀ ਇਹਨਾਂ ਦੇ ਘਰ ਸਾਧੂ ਆ ਗਏ। ਜਦ ਸਾਧੂ ਜਨ ਆਏ ਤਾਂ ਇਹ ਉਹਨਾਂ ਦੀ ਸੇਵਾ 'ਚ ਹਾਜ਼ਰ ਹੋ ਗਿਆ ਔਰ ਉਹਨਾਂ ਦੀ ਸੇਵਾ 'ਚ ਇੰਨਾ ਮਸਤ ਹੋਇਆ ਬਈ ਉਹਨਾਂ ਨੂੰ ਛੱਡ ਕੇ ਜਾ ਨਾ ਸਕਿਆ। ਪਰ ਧਿਆਨ ਰਾਜੇ ਵਿੱਚ ਪਿਆ। ਕਹੋ ਸਤਨਾਮ ਸ੍ਰੀ। ਸੇਵਾ ਬਹੁਤ ਵਧੀਆ ਕਰ ਰਿਹਾ, ਸਾਧੂਆਂ ਦੀ ਸਤਸੰਗ ਕਰ ਰਿਹਾ, ਭਜਨ ਬੰਦਗੀ ਹੋ ਰਹੀ ਆ, ਵਿਚਾਰਾਂ ਚੱਲ ਰਹੀਆਂ। ਇੱਧਰ ਪੂਰੀ ਸੇਵਾ 'ਚ ਹਾਜ਼ਰ ਹੈ ਤੇ ਉੱਧਰ ਸੋਚੀ ਜਾਂਦਾ ਵੀ ਰਾਜੇ ਦੀ ਡਿਊਟੀ 'ਤੇ ਗਏ ਨਹੀਂ, ਰਾਜਾ ਗੁੱਸੇ ਹੋ ਜਾਊਗਾ, ਰਾਜਾ ਕੱਢ ਦਊਗਾ, ਪਤਾ ਨਹੀਂ ਕੀ ਬਣੂਗਾ। ਪਰ ਪਰਮੇਸ਼ਰ ਇਹਦੀ ਸੇਵਾ 'ਤੇ ਬੜਾ ਖੁਸ਼ ਹੈ ਵੀ ਜਿਵੇਂ ਉਹਦੇ ਪਿਆਰਿਆਂ ਦੀ ਸੇਵਾ ਕਰਦਾ। ਪਰਮੇਸ਼ਰ ਨੇ ਇਸ ਦੀ ਇਹ ਚਿੰਤਾ ਦੇਖ ਕੇ ਸੈਨ ਨਾਈ ਦੇ ਥਾਂ 'ਤੇ ਡਿਊਟੀ ਕਰਤੀ ਜਾ ਕੇ। ਕਹੋ ਸਤਨਾਮ ਸ੍ਰੀ। ਬਈ ਤੂੰ ਸਾਧੂਆਂ ਦੀ ਸੇਵਾ ਕਰ, ਤੇਰਾ ਕੰਮ ਮੈਂ ਕਰਕੇ ਆਉਣਾ। ਕੀ ਕਹਿੰਦੇ ਆ ਪਾਤਸ਼ਾਹ ਇਸ ਵਿਸ਼ੇ 'ਤੇ ਬਾਣੀ 'ਚ? ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਜਲ ਮਹਿ ਜੰਤਿ ਉਪਾਇਨ ਤਿਨਾ ਭਿਰੋਜੀ ਦੇ। ਉੱਥੇ ਹਟ ਨਾ ਚੱਲੀ ਨਾ ਕੋ ਕਿਰਸ ਕਰੇ। ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਹੁਣ ਸੈਨ ਨਾਈ ਚਿੰਤਾ ਕਰ ਰਿਹਾ ਹੈ ਕਿ ਮੈਂ ਰਾਜੇ ਦੀ ਡਿਊਟੀ 'ਤੇ ਨਹੀਂ ਗਿਆ, ਮੇਰਾ ਕੀ ਬਣੂਗਾ। ਇੱਧਰ ਮੈਂ ਸਾਧੂਆਂ ਨੂੰ ਛੱਡ ਕੇ ਵੀ ਜਾ ਨਹੀਂ ਸਕਦਾ। ਸੰਤਾਂ ਦਾ ਜਥਾ ਉਹਨਾਂ ਨੇ ਘਰ ਆਇਆ ਹੋਇਆ ਨਾਮ ਜਪਣ ਵਾਸਤੇ। ਘਰ ਵਿੱਚ ਦੀਵਾਨ ਸਜ ਗਿਆ, ਕੀਰਤਨ ਹੋਆ ਰੈਣ ਸਵਾਈ। ਸਾਰੀ ਰਾਤ ਕੀਰਤਨ ਹੁੰਦਾ ਰਿਹਾ। ਹੁਣ ਦੂਜੇ ਦਿਨ ਜਿਹੜੇ ਸਾਧੂ ਸਨ ਉਹ ਦੂਜੇ ਦਿਨ ਵੀ 12-1 ਵੱਜ ਗਿਆ, ਕਿਉਂਕਿ ਪ੍ਰਸ਼ਾਦਾ ਪਾਣੀ ਛਕਾ ਕੇ ਭੇਜਣੇ ਸੀ ਨਾ। ਇਸ ਕਰਕੇ ਜਦੋਂ ਸਾਧੂ ਵਿਦਾ ਹੋਏ ਫਿਰ ਉਹ ਸੈਨ ਸੰਗ ਦਾ ਸੰਗਾਉਂਦਾ ਰਾਜੇ ਦੀ ਸਭਾ 'ਚ ਗਿਆ ਸੇਵਾ ਕਰਨ ਵਾਸਤੇ, ਉਹਦੀ ਮਾਲਿਸ਼ ਕਰਨ ਵਾਸਤੇ। ਜਿਸ ਵੇਲੇ ਉੱਥੇ ਗਿਆ ਅੱਗੋਂ ਰਾਜਾ ਬੜੇ ਚਾਅ ਨਾਲ ਖੜਾ ਹੋ ਗਿਆ। ਇਹ ਤਾਂ ਡਰਦਾ ਜਾ ਰਿਹਾ ਸੀਗਾ ਵੀ ਰਾਜਾ ਝਿੜਕੂਗਾ, ਤੂੰ ਅੱਜ ਆਇਆ ਨਹੀਂ ਟਾਈਮ ਨਾਲ, ਬਈ ਲੇਟ ਹੋ ਗਿਆ, ਕੱਲ ਆਇਆ ਨਹੀਂ, ਤੂੰ ਅੱਜ ਆਇਆ ਨਹੀਂ। ਪਰ ਉਲਟਾ ਰਾਜਾ ਖੜਾ ਹੋ ਗਿਆ, ਹੱਥਾਂ ਦੇ ਵਿੱਚ ਮੋਤੀਆਂ ਦੀ ਮਾਲਾ ਫੜ ਕੇ ਖੜਾ ਹੈ ਤੇ ਸੈਨ ਹੱਥ ਬੰਨੀ ਖੜਾ ਹੈ। ਰਾਜਾ ਸਾਹਿਬ ਮਾਫ਼ ਕਰਨਾ, ਕੱਲ ਮੈਥੋਂ ਆਇਆ ਨਹੀਂ ਗਿਆ। ਮਹਾਂਪੁਰਸ਼ ਆ ਗਏ ਘਰੇ, ਉਹਨਾਂ ਦੀ ਸੇਵਾ 'ਚ ਲੱਗ ਗਿਆ, ਬਸ ਲੇਟ ਹੋ ਗਿਆ ਸੀ। ਪਰ ਰਾਜਾ ਕਹਿੰਦਾ ਕੀ ਕਹਿਣਾ ਤੂੰ ਕੱਲ ਆਇਆ ਤਾਂ ਸੀਗਾ। ਉਹ ਕੱਲ ਜਿਹੜੀ ਮਾਲਿਸ਼ ਹੋਈ ਇਹੋ ਜਿਹੀ ਤਾਂ ਮਾਲਿਸ਼ ਹੀ ਕਦੇ ਨਹੀਂ ਕੀਤੀ ਤੂੰ। ਕਹੋ ਸਤਨਾਮ ਸ੍ਰੀ। ਜਿਹੜੀ ਕੱਲ ਮੇਰੇ ਮਾਲਿਸ਼ ਹੋਈ ਨਾ, ਇਹੋ ਜਿਹੀ ਮਾਲਿਸ਼ ਕਦੇ ਵੀ ਨਹੀਂ ਹੋਈ, ਕਿਉਂਕਿ ਰੱਬ ਕਰ ਗਿਆ ਸੈਨ ਦਾ ਰੂਪ ਧਾਰ ਕੇ। ਕਹਿੰਦੇ ਆਹ ਦੇਖ, ਤੂੰ ਨਹੀਂ ਮੰਨਦਾ ਤਾਂ ਮੇਰੇ ਜਿਹੜਾ ਮਾਸਖੋਰਾ ਫੋੜਾ ਸੀ ਲੱਤ ਉੱਤੇ, ਇਹ ਫੋੜਾ ਵੀ ਹਟ ਗਿਆ ਕੱਲ ਜਦ ਤੂੰ ਮਾਲਿਸ਼ ਕਰਦੇ ਕਰਦੇ ਪਤਾ ਨਹੀਂ ਕੀ ਕੀਤਾ, ਕਿਉਂਕਿ ਪਰਮੇਸ਼ਰ ਆਪ ਦੀ ਨਿਸ਼ਾਨੀ ਛੱਡ ਗਿਆ। ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਰਾਜੇ ਨੇ ਖੁਸ਼ੀ ਵਿੱਚ ਆ ਕੇ ਗਲੋਂ ਲਵਾਏ ਕਵਾਏ ਪਹਿਨਾਈ। ਕੀ ਹੁੰਦਾ ਹੈ? ਓਵਰਕੋਟ, ਲੰਮਾ ਕੋਟ ਜੇ ਰਾਜੇ ਪਾਉਂਦੇ ਆ, ਜਾਂ ਫਿਰ ਮਹਾਂਪੁਰਸ਼ ਲੰਮਾ ਚੋਲਾ ਪਾਉਂਦੇ ਆ। ਨਿਹੰਗ ਸਿੰਘ ਇਹ ਬਹੁਤ ਵੱਡੀ ਇੱਕ ਪੁਸ਼ਾਕ ਹੈ, ਇਹ ਰਾਜਿਆਂ ਦੀ ਪੁਸ਼ਾਕ ਹੈ ਜੋ ਨਿਹੰਗ ਸਿੰਘ ਲੰਮਾ ਚੋਲਾ ਪਾਉਂਦੇ ਆ, ਜਾਂ ਗੁਰੂ ਨੇ ਸਾਨੂੰ ਜਿਹੜੀ ਇਹ ਪੁਸ਼ਾਕ ਵਰਤੀ ਆ, ਬਖਸ਼ੀ ਆ।
ਇਹ ਸਾਡੀ ਵਰਤੀ ਖਾਲਸੇ ਦੀ ਵਰਦੀ, ਇਹ ਇੱਕ ਰਾਜਿਆਂ ਦੀ ਵਰਦੀ ਹੈ। ਉਹ ਰਾਜੇ ਦੇ ਓਵਰਕੋਟ ਪਾਇਆ ਸੀ ਬੜਾ ਕੀਮਤੀ, ਇੱਕ ਤਾਂ ਮੋਤੀਆਂ ਦੀ ਮਾਲਾ ਉਹਦੇ ਗਲ 'ਚ ਪਾਤੀ ਆਉਂਦੇ ਦੇ, ਇਹ ਗਲ 'ਚੋਂ ਲਾ ਕੇ ਉਹ ਓਵਰਕੋਟ ਲੰਮਾ ਕੋਟ ਇਹ ਵੀ ਉਹਦੇ ਪਾ ਦਿੱਤਾ ਸਰੋਪੇ ਦੇ ਰੂਪ 'ਚ। ਸੈਨਾਈ ਹੈਰਾਨ ਹੋ ਗਿਆ ਵੀ ਰਾਜੇ ਨੇ ਲੜਨਾ ਸੀਗਾ ਤੇ ਉਲਟਾ ਇਹ ਮੈਨੂੰ ਪਿਆਰ ਕਰੀ ਜਾਂਦਾ ਹੈ, ਗੱਲ ਕੀ ਹੋ ਗਈ? ਸੈਨ ਕਹਿੰਦਾ ਮੈਂ ਕੱਲ ਆਇਆ ਨਹੀਂ, ਰਾਜਾ ਕਹਿੰਦਾ ਤੂੰ ਆਇਆ ਸੀਗਾ। ਤੋ ਸੈਨ ਭਗਤ ਨੂੰ ਸਮਝ ਆ ਗਈ ਬਈ ਮੈਂ ਪਰਮੇਸ਼ਰ ਦੇ ਪਿਆਰਿਆਂ ਦੀ ਸੇਵਾ 'ਚ ਲੱਗ ਗਿਆ ਤੇ ਪਰਮੇਸ਼ਰ ਮੇਰਾ ਕੰਮ ਕਰ ਗਿਆ। ਕੋਈ ਸਤਨਾਮ ਸ੍ਰੀ, ਕਿਤੇ ਰਾਜਾ ਹਟਾਈ ਨਾ ਦੇਵੇ ਸੈਨ ਨੂੰ ਇਸ ਗੈਰ ਹਾਜ਼ਰੀ ਕਰਕੇ। ਉਸ ਗੈਰ ਹਾਜ਼ਰੀ ਵਿੱਚ ਪਰਮੇਸ਼ਰ ਸੈਨ ਭਗਤ ਦਾ ਕੰਮ ਕਰ ਗਿਆ ਤੇ ਸੈਨ ਭਗਤ ਦਾ ਭਰੋਸਾ ਹੋਰ ਵੀ ਦ੍ਰਿੜ ਹੋ ਗਿਆ। ਕਹਿੰਦਾ ਮਹਾਰਾਜ ਗੱਲ ਸੁਣ ਲਓ, ਮੈਨੂੰ ਬਖਸ਼ੋ ਛੁੱਟੀਆਂ, ਤੁਸੀਂ ਨਾ ਹੀ ਕੋਈ ਹੋਰ ਰੱਖ ਲਓ, ਮੈਥੋਂ ਹੁਣ ਇਹ ਸੇਵਾ ਨਹੀਂ ਹੋਣੀ। ਮੈਂ ਤਾਂ ਜਿਹਦੀ ਸੇਵਾ ਕਰਦਾ ਉਹ ਮੇਰੇ ਥਾਂ 'ਤੇ ਸੇਵਾ ਕਰਦਾ ਫਿਰਦਾ ਹੈ, ਫਿਰ ਕਿਉਂ ਨਾ ਹੁਣ ਮੈਂ ਉਸੇ ਦੀ ਸੇਵਾ ਕਰੂੰਗਾ। ਕਹੋ ਸਤਨਾਮ ਸ੍ਰੀ। ਫਿਰ ਉਹ ਸੈਨ ਭਗਤ ਦਾ ਨਾਂ ਬਾਣੀ 'ਚ ਆ ਗਿਆ। ਸੈਨ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ, ਭਗਤਾਂ ਮੈਂ ਗਣਿਆ। ਇਹਨਾਂ ਭਗਤਾਂ ਦੀ ਰੀਸ ਕਰਕੇ ਹੀ ਧੰਨੇ ਜੱਟ ਨੇ ਵੀ ਭਗਤੀ ਕੀਤੀ। ਕਈ ਭਗਤਾਂ ਦੀ ਇੱਥੇ ਉਦਾਹਰਨ ਦਿੱਤੀ ਪਾਤਸ਼ਾਹ ਜੀ ਨੇ। ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ, ਤਨਨਾ ਬੁਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਕਬੀਰਾ ਪਰਮੇਸ਼ਰ, ਜਦੋਂ ਕਬੀਰ ਨੇ ਪਰਮੇਸ਼ਰ ਦੇ ਚਰਨਾਂ ਵਿੱਚ ਧਿਆਨ ਜੋੜਿਆ। ਨੀਚ ਕੁੱਲਾ ਜੁਲਾਹਰਾ ਭਇਓ ਗੁਣੀ ਗਹੀਰਾ, ਰਵਿਦਾਸ ਢੁਵੰਤਾ ਢੋਰ ਨੀ ਤਿਨ ਤਿਆਗੀ ਮਾਇਆ। ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ। ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ। ਇਹ ਬਿਦ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਤੀਜੇ ਪਾਤਸ਼ਾਹ ਅੱਜ ਕਹਿ ਰਹੇ ਹਨ, ਗੁਰ ਸਭਾ ਏਵ ਨ ਪਾਈਐ। ਗੁਰੂ ਦੀ ਸੰਗਤ ਮਿਲਣੀ ਕੋਈ ਸੌਖੀ ਜੀ ਗੱਲ ਨਹੀਂ। ਤੁਸੀਂ ਇੱਥੇ ਆ ਕੇ ਵੀ ਗੈਰ ਹਾਜ਼ਰ ਹੋ ਸਕਦੇ ਹੋ, ਘਰੇ ਬੈਠੇ ਵੀ ਸੰਗਤ ਵਿੱਚ ਹਾਜ਼ਰ ਹੋ ਸਕਦੇ ਹੋ। ਉਹਦੀ ਜੁਗਤੀ ਕੀ ਹੈ? ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹੇ ਹਦੂਰ। ਜੇ ਮਨ ਇੱਥੇ ਹੀ ਰਹੇ ਜਿੱਥੇ ਬੈਠੇ ਹੋ, ਜੇ ਮਨ ਇੱਥੋਂ ਭੱਜ ਗਿਆ ਤਾਂ ਤੁਸੀਂ ਉੱਥੇ ਪਹੁੰਚ ਗਏ। ਜੇ ਤੁਸੀਂ ਦੂਰ ਬੈਠੇ ਮਨ ਨੂੰ ਲਿਆਏ ਗੁਰਦੁਆਰਾ ਸਾਹਿਬ ਗੁਰੂ ਦੇ ਚਰਨਾਂ 'ਚ, ਫਿਰ ਤੁਸੀਂ ਦੂਰ ਖੜੇ ਵੀ ਗੁਰੂ ਦੇ ਕੋਲੇ ਪਹੁੰਚ ਗਏ। ਕਹੋ ਸਤਨਾਮ ਸ੍ਰੀ। ਇਸੇ ਕਰਕੇ ਇਹ ਗੱਲ ਮਨ ਦੀ ਹੈ ਸਾਰੀ। ਇੱਕ ਦਿਨ ਦੀ ਗੱਲ ਹੈ, ਦਮਦਮਾ ਸਾਹਿਬ ਦੀ ਇਹ ਵਿਚਾਰ ਹੈ। ਸ਼੍ਰੀ ਦਮਦਮਾ ਸਾਹਿਬ ਵਿਖੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਿਰਾਜਮਾਨ ਹੈ। ਆਪਣੇ ਆਸਨਾਂ 'ਤੇ ਸਿੰਘਾਸਨਾਂ 'ਤੇ। ਔਰ ਗੁਰੂ ਪਿਆਰਿਓ, ਦਮਦਮਾ ਸਾਹਿਬ ਦੇ ਨੇੜੇ ਜਿੱਥੇ ਸਿੰਘਾਸਣ ਲੱਗੇ ਆ, ਸਤਿਗੁਰਾਂ ਦੇ ਰਾਤ ਦਾ ਸਮਾਂ ਹੈ, ਤੇ ਥੋੜ੍ਹੀ ਦੂਰੀ 'ਤੇ ਨਾ ਕੋਈ ਤਮਾਸ਼ਾ ਹੋ ਰਿਹਾ। ਕਈ ਤਰ੍ਹਾਂ ਦੇ ਤਮਾਸ਼ੇ ਦੁਨੀਆ ਵਿਖਾਉਂਦੀ ਹੈ, ਬਾਜੀਗਰ ਵਿਖਾਉਂਦੇ ਆ, ਖੇਡਾਂ ਵਿਖਾਉਂਦੇ ਆ। ਖੇਡਾਂ ਪੈ ਰਿਹਾ ਨੇੜੇ, ਤੇ 4 ਸਿੱਖਾਂ ਦਾ ਪਹਿਰਾ ਹੁੰਦਾ ਹੈ ਪਾਤਸ਼ਾਹ ਦੇ ਸਿੰਘਾਸਣ ਦੇ ਆਸੇ ਪਾਸੇ। ਰਾਤ ਨੂੰ 4 ਸਿੰਘ ਡਿਊਟੀ ਕਰਦੇ ਆ। ਤੇ ਜਦੋਂ ਇਹਨਾਂ ਨੇ ਸਾਹਮਣੇ ਖੇਡਾਂ ਪੈਂਦਾ ਵੇਖਿਆ, ਇਹਨਾਂ 4ਾਂ ਨੇ ਸਲਾਹ ਕੀਤੀ ਵੀ ਯਾਰ ਗੁਰੂ ਸਾਹਿਬ ਤਾਂ ਸੁੱਤੇ ਪਏ ਆ, ਇੱਥੇ ਕੀ ਹੁੰਦਾ, ਆਪਾਂ ਚੱਲ ਕੇ ਦੇਖਣਾ ਆਈਏ ਤਮਾਸ਼ਾ। ਇੱਕ ਨੇ ਸਲਾਹ ਕੀਤੀ, ਦੂਜਾ ਕਹਿੰਦਾ ਨਾ ਯਾਰ, ਤੜਕੇ ਗੁਰੂ ਸਾਹਿਬ ਦੀਆਂ ਝਿੜਕਾਂ ਪੈ ਜਾਣਗੀਆਂ, ਆਪਾਂ ਨਹੀਂ ਜਾਂਦੇਗੇ। ਉਹ ਕਹਿੰਦੇ ਫਿਰ ਐਂ ਕਰਦੇ ਹਾਂ, ਆਪਾਂ 2 ਜਣੇ ਇੱਥੇ ਰਹੋ ਤੇ 2 ਜਣੇ ਵੇਖ ਆਉਣੇ ਆ ਵਾਰੀ ਨਾਲ। ਕਹਿੰਦੇ ਵੀ ਚੱਲ ਠੀਕ ਆ। ਹੁਣ ਜਿਹੜੇ 2 ਜਣੇ ਸੀ ਉਹ ਤਾਂ ਪਹਿਰੇ 'ਤੇ ਖੜ੍ਹ ਗਏ, ਤੇ 2 ਜਣੇ ਉਹ ਤਮਾਸ਼ਾ ਵੇਖਣ ਚਲੇ ਗਏ।
तमाशा वेख के आ गए। तड़के दिन चढ़िया तो गुरु प्यारिओ धन गुरु गोबिंद सिंह महाराज जी उठे, इशनान आदि किया, दीवान सजिया, सारिया संगतां चरनां विच आके बह गईयां। ते जदों मेरे प्रीतम जी आके बैठे ना ते बहंदियां ही शब्द उचारिया, हाजिरा को मेहर है, बेहाजिरा को बेमेहर है। गैर हाजिर हाजिर, हाजिर गैर हाजिर। कोले बैठे सिख कहन लगे जी ये की मतलब है? कहने मतलब ये दसीए। दसो महाराज कृपा करो। कहते भी रात जिहड़े 4 सिख पहरे ते सी वो कित्थे न? वो खड़े हो गए, सद ले, आजो रे आजो। हाँ महाराज रात कित्थे सी? जिहड़े 2 गए सी वो तो नीवी पा गए, मैं हुण झड़कां पैण गियां। जिहड़े 2 नहीं गए वो सीधे खड़े रहे। कहते जी इत्थे ही सी। कहते गल सुन लो, जिहड़े इत्थे सी वो किहड़े आ? कहते जी असीं दोने। तुसीं इत्थे सी? कहते हाँ जी। तुहाडा ध्यान कित्थे सीगा पहरा दिंदियां दा? जी ध्यान तो साडा वो तमाशे में चलिया गया सीगा भी यार गुरु साहब तो सुते पे न ते आपां भी देखे आउंदे। ते दूजे ने पूछा भी तुसीं कित्थे सीगे? वो नीवी जी पा कहने महाराज साथों गलती हो गई, असी तमाशा वेखण चले गए। कहने फिर वेख्या? कहने जी कादा वेख्या? उत्थे चले तो गए तो मगरों डर रहा भी सोनू पता लग जाना तुसीं झिड़कोगे, ध्यान साडा इत्थे रहा। को सतनाम श्री। साडा मन सोडे चरनां च ही रहा, असी उत्थे चले भावें गए पर कुछ वेख नहीं सके चज नाल। पातशाह कहने जिहड़े उत्थे चले गए वो तो हाजिर हो गए ते जिहड़े इत्थे खड़े सी वो गैर हाजिर हो गए। को सतनाम श्री। ਇਹਦਾ मतलब ये भी नहीं भी गुरु घर ना आइए मन करके जा वड़ांगे, आना जो है। पर मैं तुहानूं ये दसदा भी इत्थे जाके मन घरे ना जावे, इत्थे आके मन किते होर ना जावे। गुरसभा एव न पाई है, गुरु की संगत गुरु की नेड़ता इहों नहीं प्राप्त होंदी। ना गुरु नेड़े आ ना गुरु दूर है। तुसीं तां जिथे बैठ गए चौंटा ला के चौकड़ा ला के जे आपदे घरे भी किसी खुंज च बह गए गुरु उत्थे भी प्रगट हो जाऊगा। पर यदा मतलब ये नहीं कि गुरु घर नहीं आना, गुरु घर तो आना है पर सत्संगत भी करनी है। तो परमेश्वर ते गुरु तो हर थां वरत रहा है, ना वो नेड़े आ ना दूर है, वो तो हर थां ते है। इस करके पर वो तां मिलदा जे मन नेड़े रहे। जे मन दूर भज गया फिर वो दूर है, जे मन नेड़े है तो नेड़े है। को सतनाम श्री। नानक सतगुर तां मिलै जा मन रहे हदूर। सतगुरु पातशाह जी कहते हैं कि उस परिपूर्ण परमेश्वर को प्राप्त करने लई सानू लोड़ है गुरु के चरणों में मन नूं रखण लई। अगे पौड़ी आरंभ हुंदी है, पौड़ी दे विच सतगुरु पातशाह जी बख्शिश करते हैं। ये पौड़ी चौथे पातशाह दी है। इस वार दियां सारियां पौड़ियां चौथे पातशाह दियां। श्लोक महले महले पहले दूजे तीजे सतगुरां दे है। तो पौड़ी भी सतगुरु पातशाह जी की कहते हैं, पौड़ी सप्त दीप सप्त सागरा। सतदीप सत सागर नवखंड 4 वेद 10 अष्ट पुराणा। हुण दसदे आ चौथे पातशाह कि वो कित्थे कित्थे रहिंदा है, कित्थे नहीं रहिंदा। कहंदे 7 दीपां दे विच भी उहदा वासा है। दीप किहड़े हुंदे आ? अंडेमान निकोबार दीप समूह नक्शे च भी लिखिया हुंदा।
ਦੀਪ ਹੁੰਦੇ ਨੇ ਸਮੁੰਦਰ ਦੇ ਵਿੱਚ ਵਸੇ ਹੋਏ ਛੋਟੇ ਛੋਟੇ ਪਿੰਡ, ਖਾੜੀ ਦੇਸ਼ ਕਹਿੰਦੇ ਆ ਉਹਨਾਂ ਨੂੰ। ਉਹਨਾਂ ਨੂੰ ਟਾਪੂ ਵੀ ਕਹਿੰਦੇ ਆ। ਇਸ ਤਰ੍ਹਾਂ 7 ਦੀਪਾਂ ਦੇ ਵਿੱਚ ਵੀ ਉਹਦਾ ਵਾਸਾ ਹੈ, ਉਹਨਾਂ ਥਾਵਾਂ 'ਤੇ ਵੀ ਉਹ ਵਸਦਾ। ਧੰਨ ਗੁਰੂ ਨਾਨਕ ਦੇਵ ਜੀ ਯਾਤਰਾ ਦੌਰਾਨ ਇੱਕ ਵਾਰ ਸਾਗਰ ਦੇ ਵਿੱਚ ਵੜੇ। ਭਾਈ ਮਰਦਾਨਾ ਕਹਿੰਦਾ ਜੀ ਪਾਣੀ 'ਚ ਡੁੱਬ ਜਾਵਾਂਗੇ। ਬਾਬਾ ਜੀ ਕਹਿੰਦੇ ਡੁੱਬਦੇ ਨਹੀਂ, ਮੇਰੇ ਮਗਰ ਨਾਮ ਜਪਦੇ ਹੋਏ ਤੁਰੇ ਆਓ। ਤੇ ਨਾਮ ਜਪਦੇ ਹੋਏ ਤੁਰਦੇ ਹੋਏ ਪਾਣੀ ਦੇ ਉੱਤੇ ਕਹਿੰਦੇ ਪਹੁੰਚ ਗਏ ਇੱਕ ਧਰਤੀ 'ਤੇ, ਉਹ ਟਾਪੂ ਸੀ। ਉਸ ਟਾਪੂ 'ਤੇ ਜਦ ਸਤਿਗੁਰੂ ਪਹੁੰਚੇ ਤਾਂ ਗੁਰੂ ਪਿਆਰਿਓ ਉੱਥੇ ਪਹੁੰਚ ਕਰਕੇ ਸਤਿਗੁਰਾਂ ਨੇ ਪ੍ਰਚਾਰ ਕੀਤਾ ਸਿੱਖੀ ਦਾ। ਉਸ ਟਾਪੂ ਦਾ ਰਾਜਾ ਹੈ ਕੰਵਲ ਨੈਣ। ਫਿਰ ਉੱਥੋਂ ਅਗਲੇ ਟਾਪੂ 'ਤੇ ਜਾਂਦੇ ਆ, ਉੱਥੋਂ ਦਾ ਰਾਜਾ ਹੈ ਮਧੁਰ ਬੈਣ। ਕੰਵਲ ਨੈਣ ਮਧੁਰ ਬੈਣ ਕੋਟ ਸੈਨ ਸੰਗ ਸੋਵ ਕਹਿਤ ਮਾ ਜਸੋਧ ਜਾ ਕੇ ਦਹੀ ਭਾਤ ਖਾਹੇ ਜੀਓ। ਸਤ ਸਾਹ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ 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 ਵਾਹਿ ਜੀਓ। ਇਹਦੇ ਵਿੱਚ ਪਰਮੇਸ਼ਰ ਦੀ ਸਿਫਤ ਵੀ ਹੈ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚੱਲਦੇ ਹੋਏ 7 ਟਾਪੂਆਂ ਦੇ ਉੱਤੇ ਪ੍ਰਚਾਰ ਕੀਤਾ ਹੈ। ਕੰਵਲ ਨੈਣ, ਸੁਦਰ ਸੈਨ, ਮਧੁਰ ਬੈਣ, ਇਹ ਰਾਜੇ ਸਨ ਉਹਨਾਂ ਟਾਪੂਆਂ ਦੇ। ਤੇ ਉਹਨਾਂ ਟਾਪੂਆਂ ਦੇ ਜਿਹੜਾ ਰਾਜਾ ਕੰਵਲ ਨੈਣ ਸੀ ਨਾ, ਜਦ ਉੱਥੇ ਗਏ ਤੇ ਉਸ ਰਾਜ ਦੇ ਵਿੱਚ ਕਿਸੇ ਨੂੰ ਖਾਣ ਪੀਣ ਦਾ ਕੋਈ ਪੈਸਾ ਨਹੀਂ ਸੀ ਲੱਗਦਾ। ਬਾਜ਼ਾਰਾਂ ਵਿੱਚੋਂ ਜੋ ਮਰਜ਼ੀ ਖਾਓ ਫਰੀ। ਤੇ ਬਾਹਰ ਜਾ ਕੇ ਬੈਠ ਗਏ ਤੇ ਭਾਈ ਮਰਦਾਨਾ ਜੀ ਜਾ ਕੇ ਬੈਠ ਗਏ। ਮਰਦਾਨਾ ਜੀ ਕਹਿੰਦੇ ਮੈਂ ਕੁਝ ਖਾ ਪੀ ਆਵਾਂ। ਕਹਿੰਦੇ ਵਗ ਜਾ। ਜਦੋਂ ਬਾਜ਼ਾਰ 'ਚ ਵੜਿਆ ਤੇ ਮਠਿਆਈਆਂ ਦੀਆਂ ਦੁਕਾਨਾਂ ਸਜੀਆਂ ਪਈਆਂ। ਮਰਦਾਨੇ ਦੇ ਕੋਲੇ ਕੁਛ ਨਹੀਂ, ਫਿਰਦਾ ਗਲੀਆਂ ਦੇ ਵਿੱਚ ਕੋਈ ਦੇ ਦੇਵੇ। ਪਰ ਉੱਥੋਂ ਉਹਨੂੰ ਕਹਿੰਦੇ ਇੱਕ ਬੰਦਾ ਮਿਲਿਆ ਧਰਮ ਚੰਦ। ਕਹਿਣ ਲੱਗਿਆ ਵੀ ਤੂੰ ਕੌਣ ਹੈ ਯਾਰ? ਕਹਿੰਦਾ ਅਸੀਂ ਤਾਂ ਬਾਹਰੋਂ ਆਏ ਹਾਂ, ਰਾਹੀ ਹਾਂ, ਯਾਤਰੂ ਹਾਂ, ਭੁੱਖ ਲੱਗੀ ਸੀ ਇੱਧਰ ਨੂੰ ਆ। ਕਹਿੰਦੇ ਖਾਲਾ ਦੇ ਕੋਈ ਚਾਹੀਦਾ? ਕਹਿੰਦਾ ਨਾ ਯਾਰ, ਕੋਈ ਐਵੇਂ ਕੁੱਟ ਦੂਗਾ। ਕਹਿੰਦਾ ਨਹੀਂ, ਜੋ ਚਾਹੀਦਾ ਫ੍ਰੀ ਮਿਲਦਾ, ਖਾ ਸਕਦਾ। ਸਾਡਾ ਰਾਜਾ ਬੜਾ ਚੰਗਾ ਇੱਥੋਂ ਦਾ, ਉਹਨੇ ਸਭ ਕੁਝ ਫ੍ਰੀ ਕੀਤਾ ਹੋਇਆ। ਕਹਿੰਦਾ ਮੈਂ ਨਹੀਂ ਚੱਕਦਾ ਗਾ, ਜਾਂ ਤਾਂ ਤੂੰ ਦਵਾ ਦੇ। ਧਰਮ ਚੰਦ ਨੇ ਅੱਗੇ ਹੋ ਕੇ ਦੁਕਾਨਦਾਰ ਨੂੰ ਕਿਹਾ ਵੀ ਇਹ ਬਾਹਰੋਂ ਆਏ ਆ ਬੰਦੇ, ਇਹਨਾਂ ਨੂੰ ਪਤਾ ਨਹੀਂ ਗਾ, ਇਹਨਾਂ ਨੂੰ ਖਾਣ ਨੂੰ ਕੁਝ ਦਿਓ। ਤਾਂ ਦੇਣਾ ਕੀਤਾ। 2.5 ਸੇਰ ਖਾਂਦਾ ਸੀ ਇੱਕ ਬੰਦਾ ਉਦੋਂ। ਧਰਮ ਚੰਦ ਕਹਿਣ ਲੱਗਿਆ ਤੇਰੇ ਨਾਲ ਹੋਰ ਵੀ ਹੈ ਕੋਈ? ਕਹਿੰਦੇ ਜੀ ਹੈ ਤਾਂ ਸਹੀ 2, ਪਰ ਉਹ ਖਾਂਦੇ ਨਹੀਂ ਗੇ, ਮੈਂ ਹੀ ਖਾਨਾ। ਕਹਿੰਦੇ ਕੋਈ ਨਹੀਂ, ਦੋਨੇ ਟਾਈਮ ਆ ਜਾਇਆ ਕਰ, ਭੁੱਖ ਲੱਗੇ ਜਦੋਂ ਖਾ ਜਿਆ ਕਰ। ਤੇ ਮਰਦਾਨਾ ਰੋਜ਼ ਜਾਂਦਾ ਤੇ ਉਹ ਬੰਦਾ ਵੀ ਰੋਜ਼ ਮਿਲਦਾ ਧਰਮ ਚੰਦ ਉਹਨੂੰ, ਤੇ ਭੋਜਨ ਵੀ ਦਵਾ ਦਿੰਦਾ। ਮਰਦਾਨਾ ਕਹਿੰਦਾ ਜੀ ਇੱਥੋਂ ਦਾ ਰਾਜਾ ਬੜਾ ਚੰਗਾ ਹੈ। ਉਹ ਧਰਮ ਚੰਦ ਵੀ ਮੈਨੂੰ ਕਹਿੰਦੇ ਸਾਡਾ ਰਾਜਾ ਬਹੁਤ ਚੰਗਾ ਹੈ, ਇੱਥੇ ਸਭ ਕੁਝ ਖਾਣਾ ਦਾਣਾ ਫ੍ਰੀ ਕੀਤਾ ਹੋਇਆ, ਜਿੱਥੋਂ ਮਰਜ਼ੀ ਕੋਈ ਲੈ ਕੇ ਆਪਦੀ ਭੋਜਨ ਖਾ ਸਕਦਾ ਹੈ, ਦੁਕਾਨਾਂ 'ਤੇ ਤਿਆਰ ਰਹਿੰਦਾ। ਬਾਬਾ ਜੀ ਕਹਿੰਦੇ ਇਹਨਾਂ ਦੇ ਰਾਜੇ ਵਿੱਚ ਹਜੇ ਵੀ ਇੱਕ ਖੋਟ ਹੈਗਾ ਮਰਦਾਨਿਆਂ। ਉਹ ਜਿਹੜਾ ਬੰਦਾ ਤੈਨੂੰ ਮਿਲਦਾ ਧਰਮ ਚੰਦ, ਉਹਨੂੰ ਕਹੀਂ ਵੀ ਤੁਹਾਡੇ ਰਾਜੇ 'ਚ ਨੁਕਸ ਹੈ। ਜਦੋਂ ਮਰਦਾਨੇ ਨੇ ਉਹਨੂੰ ਕਿਹਾ ਨਾ ਵੀ ਤੁਹਾਡੇ ਰਾਜੇ 'ਚ ਨੁਕਸ ਹੈ, ਉਹ ਕਹਿੰਦੇ ਇਹ ਕਿਵੇਂ ਹੋ ਸਕਦਾ? ਕਹਿੰਦੇ ਮੇਰਾ ਮਾਲਕ ਕਹਿੰਦਾ ਸੀ। ਕੌਣ ਹੈ ਤੇਰਾ ਮਾਲਕ? ਚੱਲ ਮਿਲਾ ਮੈਨੂੰ। ਧਰਮ ਚੰਦ ਨਾਲ ਆਇਆ ਅਤੇ ਗੁਰੂ ਪਿਆਰੇ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ, ਖੁਸ਼ ਹੋਇਆ, ਨਿਹਾਲ ਕੀਤਾ। ਧਰਮ ਚੰਦ ਕਹਿੰਦਾ ਸਾਡੇ ਰਾਜੇ 'ਚ ਕੀ ਨੁਕਸ ਹੈ ਜੀ?
ਕਹਿੰਦੀ ਉਹ ਤਾਂ ਉਸੇ ਨੂੰ ਦੱਸਾਂਗੇ। ਠੀਕ ਹੈ, ਤੁਹਾਡੇ ਰਾਜੇ ਨੇ ਫ੍ਰੀ ਕੀਤਾ ਹੋਇਆ ਸਾਰਾ ਕੁਝ, ਚੰਗੀ ਗੱਲ ਹੈ, ਪਰ ਇੱਕ ਨੁਕਸ ਹੈਗਾ, ਉਹ 'ਚ ਹਲੇ ਵੀ ਨਿਕਲਿਆ ਨਹੀਂ। ਧਰਮਚੰਦ ਜਾ ਕੇ ਕਹਿੰਦਾ ਰਾਜਾ ਕਮਲ ਨੈਣ ਨੂੰ ਵੀ ਤੁਹਾਡੇ 'ਚ ਹਜੇ ਇੱਕ ਨੁਕਸ ਹੈਗਾ। ਰਾਜਾ ਕਹਿੰਦਾ ਕੀ ਨੁਕਸ ਹੈ ਯਾਰ, ਕੀ ਔਗਣ ਹੈ? ਕਹਿੰਦੇ ਇਹ ਤਾਂ ਮਹਾਂਪੁਰਸ਼ ਕਹਿੰਦੇ ਮੇਰੇ ਕੋਲ ਹੀ ਆਊਗਾ ਫਿਰ ਦੱਸਾਂਗੇ। ਰਾਜਾ ਵੀ ਆ ਗਿਆ, ਭੇਟਾ ਲੈ ਕੇ ਮੱਥਾ ਟੇਕਦਾ। ਮਹਾਂਪੁਰਸ਼ੋ ਕੀ ਔਗਣ ਦੇਖਿਆ ਮੇਰੇ 'ਚ? ਸਤਿਗੁਰੂ ਕਹਿੰਦੇ ਤੂੰ ਸਾਰਿਆਂ ਤੋਂ ਮੱਥਾ ਟਿਕਾਉਣਾ ਹੈ। ਕਮਲ ਨੈਣ ਕਹਿੰਦਾ ਮੈਂ ਕਿਹੜਾ ਕਿਸੇ ਨੂੰ ਕਹਿਣਾ ਮੱਥਾ ਟੇਕੋ। ਕਹਿੰਦੇ ਤੂੰ ਚਾਹੇ ਨਹੀਂ ਕਹਿੰਦਾ ਮੱਥਾ ਟੇਕਣ ਨੂੰ, ਸਾਰੀ ਦੁਨੀਆ ਤੇਰੇ ਅੱਗੇ ਝੁਕਦੀ ਹੈ, ਤੂੰ ਉਹਨਾਂ ਨੂੰ ਰੋਕਦਾ ਵੀ ਨਹੀਂਗਾ। ਉਹਨਾਂ ਨੂੰ ਕਹਿ ਵੀ ਪਰਮੇਸ਼ਰ ਅੱਗੇ ਝੁਕੋ, ਕਰਤਾਰ ਅੱਗੇ ਝੁਕੋ। ਤੋ ਰਾਜਾ ਸਮਝ ਗਿਆ। ਉਸ ਕਮਲ ਨੈਣ ਨੂੰ ਗਿਆਨ ਦੇ ਕੇ ਪਾਤਸ਼ਾਹ ਨੇ ਬ੍ਰਹਮ ਗਿਆਨ ਦੇ ਕੇ ਉੱਥੋਂ ਦਾ ਮੁਖੀ ਬਣਾਤਾ, 17 ਟਾਪੂਆਂ ਦਾ ਸ਼੍ਰੋਮਣੀ ਕਰਤਾ। ਤੇ ਨਾਮ ਉਸ ਦਾ ਜਿਹੜਾ ਸੀ ਕਮਲ ਨੈਣ। ਤੇ ਅਗਲਾ ਰਾਜਾ ਹੈ ਸੁਦਰਸੈਨ। ਤੇ ਸੁਦਰਸੈਨ ਨੂੰ ਗਿਆਨ ਦੇ ਕੇ ਫਿਰ ਇਸ 5-6 ਟਾਪੂਆਂ ਦੇ ਰਾਜਿਆਂ ਨੂੰ ਇਹਦੇ ਅੰਡਰ ਕਰਤਾ ਸੁਦਰਸੈਨ ਦੇ। ਤੇ ਹੁਣ ਮੈਂ ਆਵਾਂ ਸਰੀਰ ਵੱਲ, ਕਿਉਂਕਿ ਭਗਤ ਜੀ ਕਹਿੰਦੇ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੈ। ਕਮਲ ਨੈਣ ਹੈ ਸਾਡੇ ਨੇਤਰ। ਇਹ ਨੇਤਰ ਜੋ ਚੱਕਦੇ ਆ ਫ੍ਰੀ ਚੱਕਦੇ ਆ, ਕੋਈ ਪੈਸਾ ਨਹੀਂ ਲੱਗਦੇ, ਵੇਖਣ ਦਾ ਕੋਈ ਪੈਸਾ ਲੱਗਦਾ? ਇਹ ਕਮਲ ਨੈਣ ਦੇ ਰਾਜ ਵਿੱਚ ਸਭ ਕੁਝ ਫ੍ਰੀ ਮਿਲਦਾ। ਤੇ ਸੁਦਰਸੈਨ ਹੈ ਸਾਡੀ ਬੁੱਧੀ। ਇਹ ਰਾਜਾ ਹੈ ਸਰੀਰ ਦੇ ਵਿੱਚ। ਇੱਕ ਸਰੀਰ ਦੇ ਵਿੱਚ ਵੀ 7 ਟਾਪੂ ਹੈ, 2 ਨੇਤਰ, 2 ਕੰਨ, 2 ਨਾਸਕਾ, 1 ਜੀਭਾ ਇਹਦੇ ਵਿੱਚ ਵੀ ਹੈ। ਜੋ ਬ੍ਰਹਮੰਡੇ ਸੋਈ ਪਿੰਡੇ। ਸਤਿਗੁਰੂ ਪਾਤਸ਼ਾਹ ਜੀ ਨੇ ਕਮਲ ਨੈਣ ਨੂੰ ਨੋਰਮਲ ਕੀਤਾ, ਕਿਉਂਕਿ ਬੰਦੇ ਦੀਆਂ ਹੰਕਾਰ ਦੀਆਂ ਅੱਖਾਂ ਟੱਡੀਆਂ ਰਹਿੰਦੀਆਂ, ਹੰਕਾਰ ਦੇ ਵਿੱਚ ਬੰਦਾ। ਆ ਸੰਸਾਰ ਦੇ ਰਾਜੇ ਮਾੜੀ ਮੋਟੀ ਗਰਾਂਟ ਦੇ ਕੇ ਫੁੱਲੇ ਨਹੀਂ ਸਮਾਉਂਦੇ, ਅਸੀਂ ਆਹ ਕੁਝ ਦੇਤਾ, ਅਸੀਂ ਆਹ ਕੁਝ ਦੇਤਾ। ਇਸੇ ਤਰ੍ਹਾਂ ਕਮਲ ਨੈਣ ਸੀਗਾ, ਉਹਦਾ ਹੰਕਾਰ ਸੀ, ਉਸ ਨੂੰ ਜਿਹੜਾ ਉਹ ਦੂਰ ਕੀਤਾ, ਉਹ ਨਾਰਮਲ ਹੋਇਆ, ਨਿਮਰਤਾ 'ਚ ਆਇਆ। ਫਿਰ ਸੁਦਰਸੈਨ ਨੂੰ ਮਿਲੇ। ਮਧੁਰ ਬੈਣ ਹੈ ਸਾਡੀ ਜ਼ੁਬਾਨ, ਮਿੱਠਾ ਬੋਲਣਾ, ਇਹ ਵੀ ਰਾਜਾ ਹੈ। ਕਰਨ ਰਾਜ, ਇਹ ਕੰਨਾਂ ਦਾ ਰਾਜਾ ਹੈ। ਇਹ ਸਾਰੇ ਰਾਜਿਆਂ ਦਾ ਇਤਿਹਾਸ ਜਨਮ ਸਾਖੀ ਵਿੱਚ ਲਿਖਿਆ ਬਾਬੇ ਨਾਨਕ ਨੇ। ਜਦੋਂ ਮਰਦਾਨੇ ਨੂੰ ਸਾਰੀ ਧਰਤੀ ਦੀ ਸੈਰ ਕਰਾਈ ਇੱਕ ਵਾਰੀ, ਉਹ ਸਾਰੇ ਰਾਜਿਆਂ ਨਾਲ ਮਿਲਾਪ ਕਰਾਇਆ। ਫਿਰ 7 ਰਾਜਿਆਂ ਨੂੰ ਫਿਰ ਸੱਚ ਦੇ ਨਾਲ ਜੋੜ ਕੇ ਮਰਦਾਨਾ ਕਹਿੰਦਾ ਦੂਜੇ ਟਾਪੂਆਂ 'ਤੇ ਜਾਵਾਂਗੇ ਆਪਾਂ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਮਰਦਾਨਿਆਂ ਗਾਹਾਂ ਜਾਣ ਦੀ ਲੋੜ ਨਹੀਂ, ਦੂਜੇ ਟਾਪੂਆਂ ਵਾਲੇ ਆਪੇ ਹੀ ਇੱਥੋਂ ਗਿਆਨ ਲੈ ਜਾਣਗੇ, ਇਹਨਾਂ ਤੋਂ, ਇਹਨਾਂ ਦੇ ਪੈਰੀ ਪੈਣਗੇ। ਸਾਰੇ 17 ਦੇ 17 ਰਾਜੇ ਮੈਂ ਸੁਦਰਸੈਨ ਦੇ ਅੰਡਰ ਕਰ ਦਿੱਤੇ। ਕਹੋ ਸਤਨਾਮ ਸ੍ਰੀ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ, ਅਫਰੀਕਾ, ਹੋਰ ਛੋਟੇ ਛੋਟੇ ਦੇਸ਼, ਖਾੜੀ ਦੇਸ਼ ਜਿਹੜੇ ਤੁਹਾਨੂੰ ਪਾਣੀ ਵਿੱਚ ਦਿਸਦੇ ਹੈ, ਆਸੇ ਪਾਸੇ ਨੀਲਾ ਪਾਣੀ ਹੈ, ਵਿਚਾਲੇ ਹਰਿਆਲੀ ਥਾਂ ਵਸੀ ਹੋਈ ਆ, ਧਰਤੀ ਆ ਉੱਥੇ। ਇਹਨਾਂ ਥਾਵਾਂ 'ਤੇ ਧੰਨ ਗੁਰੂ ਨਾਨਕ ਦੇਵ ਜੀ ਗਏ ਨੇ ਔਰ ਉਹਨਾਂ ਲੋਕਾਂ ਨੂੰ ਗਿਆਨ ਦਿੱਤਾ। ਅਤੇ ਅੱਜ ਆਪਾਂ ਦੇਖਦੇ ਹਾਂ ਕਿ ਬਾਹਰਲੇ ਦੇਸ਼ਾਂ ਵਾਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਗਿਆਨ ਲੈ ਕੇ ਅਤੇ ਆਪਣਾ ਜੀਵਨ ਸਫਲਾ ਕਰ ਰਹੇ ਨੇ। ਜਿੱਥੋਂ ਜਿੱਥੋਂ ਉਹਨਾਂ ਨੂੰ ਗਿਆਨ ਪ੍ਰਾਪਤ ਹੁੰਦਾ, ਗੁਰਮੁਖਾਂ ਦੇ ਕੋਲੋਂ ਪ੍ਰਾਪਤ ਕਰਦੇ ਹੈ। ਤਾਂ ਇੱਥੇ ਚੌਥੇ ਪਾਤਸ਼ਾਹ ਜੀ ਦੱਸ ਰਹੇ ਹਨ, ਸਪਤਦੀਪ ਸਪਤ ਸਾਗਰ। 7 ਸਾਗਰ ਦੁਨੀਆ ਵਿੱਚ, 7 ਸਾਗਰ ਚੱਲਦੇ ਹਨ, ਦੁੱਧ ਦਾ, ਦਹੀਂ ਦਾ, ਰਸ ਦਾ, ਸ਼ਹਿਦ ਦਾ, ਮਿੱਠੇ ਪਾਣੀ ਦਾ, ਖਾਰੇ ਪਾਣੀ ਦਾ। ਇਹ 7 ਸਾਗਰ ਹੈ ਦੁਨੀਆ ਵਿੱਚ। ਸਾਡੇ ਸਰੀਰ ਦੇ ਵਿੱਚ ਵੀ ਇਹ 7 ਚੀਜ਼ਾਂ ਹੈ। ਜੋ ਬ੍ਰਹਮੰਡੇ ਸੋਈ ਪਿੰਡੇ। ਬਾਹਰ 7 ਸਾਗਰ ਹੈ ਪਾਣੀ ਦੇ, ਧਰਤੀ ਦੇ ਉੱਤੇ। ਸਪਤਦੀਪ ਸਪਤ ਸਾਗਰ ਆ, ਨਵ ਖੰਡ, 9 ਖੰਡ ਧਰਤੀ।
4 वेद हिंदू मत दे 4 वेद, 10 अष्ट पुराण, 18 पुराण, हर सबना विच तू वरतदा, तू किथे नहीं हैगा, सारे थावां ते तेरा वासा है। को सतनाम श्री। और गुरबाणी बारे भी लिखिया, वाहो वाहो बाणी निरंकार है, तिस जेवड़ अवर ना कोए। ये गुरबाणी भी रब दा रूप है, साडा मार्ग दर्शन करदी है। जो सारियां विच तू वसदा है, हर सबना विच तू वरतदा, हर सबना पाणा। तू सारियां विच वरतदा है, सारियां नूं तू चंगा लगदा है। तुहानूं पता है रब चंगा लगदा है, फिर तुसीं कहोगे कई तां रब दे एंटी चलदे है। मैं रब दा सूखम स्वरूप तुहानूं दसदा जिहड़ा सब नूं चंगा लगदा है। वो किहड़ा भला? तुहाडा सवास। को सतनाम श्री। सवास किहनूं चंगा नहीं लगदा? आ करोना करन मरन वाले कोशिश करते हैं साडी सारी संपत्ति लग जे पर साडी जान बच जे, पर निकल जाती है। को सतनाम श्री। मतलब परमेश्वर तुहाडे सवासां विच रमिया होया। साज साज सिमरो गोबिंद, मन अंतर की उतरै चिंद। रब नूं प्यार करदे हो ना? एक बकरे नूं मारो, वो भी कहंदा ना यार मैनूं ना मारो, तड़फदा मेरे हथों मेरा रब जा रहा है। पंछी मरदा होया भी तड़फदा, बंदा मरदा होया भी तड़फदा, पशु मरदा होया भी तड़फदा, हाय मेरा राम। तो एक शब्द असी आम ही वरतते हाँ, जदों बंदा थोड़ा तंदुरुस्त ठीक हो जाता है कहता राम आ गया। हुण राम आ गया कास नूं कह रहे हो, तंदुरुस्ती नूं नहीं। जे सवास सौखा आ रहा तो राम आ गया, जे साह चढ़दा है तो राम नहीं आ रहा। को सतनाम श्री। ये तो आराम है, आड़े नाल आराम, रब याद नहीं हैगा, सिर्फ ऐशो इशरत में डुबिया होया बंदा है। राम तो उदे याद आऊगा जदों मौत दिखाई दिती। को सतनाम श्री। उदों राम आउंदा, फिर कहंदा राम 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 राम। आ जदों जांदी है ना कोई यात्रा ते, हेमकुंड वाली यात्रा ते जां नैना देवी की यात्रा ते गड्डियां जांदियां, फिर जदों चढ़ाई जी आ जाती आ, पहलां तो बड़ियां गल्लां मारदे आ पद्धर इलाके च, ते जदों चढ़ाई आ जाती आ ड्राइवर कहना ओए रब रब कर लो, गड्डी डिग ना जाए, कहते चुप कर जाओ सारे। फिर सारे कहने वाहगुरू वाहगुरू। जिहो जिहा धर्म हुंदा, हिंदू मत वाले राम राम कहन लग जाते हैं, असीं वाहगुरू वाहगुरू कह इत्थों कढ ला। जे गड्डी का एक पहिया माड़ा जिहा उतर गया सारे जावांगे। कहो सतनाम सिंह। उदों राम चेते ही आउंदा, नहीं तो सब कुछ अपना एक राम पराया होऊगा, रब कोई असी नहीं जानते। बाबा जी कहते वो सारियां विच वरतदा है, अपने अंदर बैठे राम नूं पछाणो। बंदे खोज दिल हर रोज़ खोज की करदा मनुख? रब दी। ते रब नूं भालदा धरती तो फैल के दुनिया में घर बार छड्ड के तीर्थां ते जांदा, यात्रा करदा, जंगलों में चलिया जांदा जोगियां की तरह, पर रब किते नहीं मिलिया उन्होंने हजे तक। जदों मिलिया तो अंदरों मिलिया। एक दिन नारद मुनि रब के दर्शनों की भाल विच निकल पिया, लभदा फिरिया तीर्थां ते, नदियां नालियां दे किनारियां ते, सागरां समुद्रां दे किनारियां ते, ना टकरिया किते। थक हार के आके बह गया एक दरख्त हेठां, ते तुंबा बजा के दुतारा कोले रखदा है, उन्होंने बजा करके तो सिफत कर लग्या। जदों गाउन लग्या शब्द पूरा करके नेत्र खोलदा, सामने रब खड़ा है। नारद मुनि कहना महाराज तुसीं कित्थे रहने हो? कहने क्यों? कहना मैं तुहानूं तड़के दा लभदा फिरदा, किते लभे ही नहीं। कित्थे लभिया? कहना तुसीं ऐ पुछो मैं कित्थे नहीं लभिया। तीर्थां दे किनारियां ते, दरियावां दे किनारियां ते, हरद्वार गंगा दे किनारे ते, जंगलां दे विच मैं पता नहीं कित्थे कित्थे सोनू देखिया, तुसीं किते नहीं मिले, ते हुण तुसीं आपे ही आ गए। ते महाराज कहन लगे निज घर मेरा निज थां है, साध संग नारद मुन। ओ नारद मुनि मैं तो जिथे मेरी सिफत हुंदी है उत्थे जाना, को सतनाम उत्थे प्रगट हो जाना। मैं तो हर थां ते ही हाँ, जिथे मैनू कोई याद करदा मैं उत्थे प्रगट हो जाना। वो किहड़ा थां जिथे मैं है नहीं गा?
ਆ ਤੂੰ ਇੱਥੇ ਬੈਠ ਕੇ ਯਾਦ ਕੀਤਾ, ਮੈਂ ਇੱਥੇ ਤੈਨੂੰ ਦਰਸ਼ਨ ਦੇ ਦਿੱਤੇ। ਇਸ ਕਰਕੇ ਉਹ ਤਾਂ ਹਰ ਥਾਂ ਤੇ ਵਸਦਾ ਹੈ, ਪਰ ਗਰ ਸੁਭਾ ਏਵ ਨ ਪਾਈਐ, ਨਾ ਨੇੜੇ ਨਾ ਦੂਰ। ਨਾਨਕ ਸਤਿਗੁਰ ਤਾਂ ਮਿਲੇ, ਜਾਂ ਮਨ ਰਹੇ ਹਦੂਰ। ਮਨ ਤਾਂ ਦੂਰ ਭੱਜਿਆ ਫਿਰਦਾ, ਦਰਸ਼ਨ ਕਿੱਥੋਂ ਹੋਣਗੇ? ਮਨ ਨੇੜੇ ਆਊਗਾ ਗੁਰੂ ਦੇ। ਇੱਥੇ ਬੈਠੇ ਆ ਤੇ ਮਨ ਵੀ ਇੱਥੇ ਹੋਵੇ। ਇੱਥੇ ਬੈਠ ਕੇ ਮਨ ਦੁਕਾਨ ਤੇ ਨਾ ਜਾਵੇ, ਇੱਥੇ ਬੈਠ ਕੇ ਮਨ ਸਾਡਾ ਘਰੇਲੂ ਧੰਦਿਆਂ ਵਿੱਚ ਨਾ ਜਾਵੇ। ਜਾਓ, ਜਾਣਾ ਤਾਂ ਪੂਰੇ ਜਾਓ, ਸਰੀਰ ਕਰਕੇ ਜਾਓ, ਮਨ ਕਰਕੇ ਨਾ ਜਾਓ। ਜੇ ਸਰੀਰ ਕਰਕੇ ਇੱਥੇ ਬੈਠੇ ਹੋ, ਮਨ ਕਰਕੇ ਉੱਥੇ ਬੈਠੇ ਹੋ, ਤੇ ਦੋਨੇ ਕੰਮ ਹੀ ਅਧੂਰੇ ਆ। ਇਹ ਕੰਮ ਮਨ ਤੋਂ ਬਗੈਰ ਨਹੀਂ ਹੋਣਾ, ਉਹ ਸਰੀਰ ਤੋਂ ਬਗੈਰ ਨਹੀਂ ਹੋਣਾ। ਜਿੱਥੇ ਸਰੀਰ ਦੀ ਲੋੜ ਆ ਉੱਥੇ ਸਰੀਰ ਲੈ ਕੇ ਜਾਓ, ਇੱਥੇ ਮਨ ਦੀ ਲੋੜ ਹੈ ਤਾਂ ਸਰੀਰ ਕਰਕੇ ਮਨ ਵੀ ਰੱਖੋ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ, ਤੂੰ ਕਿੱਥੇ ਨਹੀਂ ਵਸਦਾ, ਹਰ ਸਭਨਾ ਵਿੱਚ ਤੂੰ ਵਰਤਦਾ। ਹਉ ਤਿਨ ਹਉ ਕੁਰਬਾਨਾ, ਜਿੱਥੇ ਤੂੰ ਪ੍ਰਗਟ ਹੋ ਗਿਆ ਮੈਂ ਬਲਿਹਾਰੇ ਜਾਵਾਂ ਉਹਨਾਂ ਤੋਂ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਉਹ ਸਦਾ ਅਮਰ ਹੋ ਜਾਂਦੇ ਆ। ਤੂੰ ਆਪੇ ਆਪ ਵਰਤਦਾ, ਕਰ ਚੋਜ ਵਿਡਾਣ। हे ਪਰਮੇਸ਼ਰ, ਇਹ ਤੇਰੀ ਚੋਜ ਹੈ। ਕਹੂੰ ਫੂਲ ਰਾਜਾ ਹੈ ਬੈਠਾ, ਕਹੂੰ ਸਿਮਟ ਪਇਓ ਸ਼ੰਕਰ ਇਕੱਠਾ। ਕਿਤੇ ਇਕੱਠਾ ਜਾ ਹੋ ਕੇ ਸ਼ਿਵ ਜੀ ਦੀ ਤਰ੍ਹਾਂ ਸਮਾਧੀਆਂ ਲਾ ਕੇ ਬੈਠਾ ਹੈ, ਤੇ ਕਿਤੇ ਰਾਜਿਆਂ ਦੀ ਤਰ੍ਹਾਂ ਚੌੜਾ ਹੋ ਕੇ ਤਖਤਾਂ 'ਤੇ ਬੈਠਾ ਹੈ। ਕਹੋ ਸਤਨਾਮ। ਇਹ ਸਾਰੀਆਂ ਥਾਵਾਂ 'ਤੇ ਤੂੰ ਹੀ ਬੈਠਾ। ਚੌਥੇ ਪਾਤਸ਼ਾਹ ਜੀ ਦੀ ਇਹ ਪੌੜੀ ਆਪ ਜੀ ਨੇ ਸਰਵਣ ਕੀਤੀ। ਅੱਗੇ ਫਿਰ ਸ਼ਲੋਕ ਮਹੱਲਾ ਤੀਜਾ, ਤੀਜੇ ਪਾਤਸ਼ਾਹ ਜੀ ਦੇ ਅਗਲੇ ਸ਼ਲੋਕ ਚੱਲਦੇ ਆ, ਇਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਉਹ ਹਰ ਥਾਂ 'ਤੇ ਵਸਦਾ ਹੈ, ਪਰ ਬੰਦੇ ਨੂੰ ਵਕਤ ਵਿਚਾਰਨ ਦੀ ਲੋੜ ਹੈ। ਪਿਛਲੇ ਸ਼ਲੋਕ ਵਿੱਚ ਆਪਾਂ ਪੜ੍ਹਿਆ ਸੀਗਾ, ਸ਼ਲੋਕ ਮਹੱਲਾ ਪਹਿਲਾ, ਕੁਦਰਤ ਕਰਕੇ ਵਸਿਆ ਸੋਏ। ਸ੍ਰਿਸ਼ਟੀ ਨੂੰ ਬਣਾ ਕੇ ਰੱਬ ਇਹਦੇ ਵਿੱਚ ਹੀ ਹੈ, ਬਾਹਰ ਨਹੀਂ ਕਿਤੇ। ਵਕਤ ਵਿਚਾਰੇ ਸੋ ਬੰਦਾ ਹੋਏ। ਬੰਦੇ ਨੂੰ ਵਕਤ ਵਿਚਾਰਨਾ ਚਾਹੀਦਾ। ਮਤਲਬ ਕਿਹੜਾ? ਇਹੀ ਜਿਹੜਾ ਮਨੁੱਖ ਬਣਿਆ ਤੂੰ, ਟੇਢੀਆਂ ਜੂਨਾਂ ਵਿੱਚ ਨਾਮ ਨਹੀਂ ਜਪਿਆ ਜਾ ਸਕਦਾ। 84 ਲੱਖ ਜੂਨਾਂ 'ਚ ਕੇਵਲ ਮਨੁੱਖ ਹੀ ਨਾਮ ਜਪ ਸਕਦਾ। ਤਾਂ ਤੇ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਨਾਮ ਜਪਣ ਦੀ ਵਾਰੀ ਆ। ਵਕਤ ਵਿਚਾਰੇ ਸੋ ਬੰਦਾ ਹੋਏ, ਪਰ ਬੰਦਾ ਕੀ ਕਰੇ? ਕੁਦਰਤ ਹੈ ਕੀਮਤ ਨਹੀਂ ਪਾਏ। ਇਹ ਕੁਦਰਤ ਦੀ ਕੀਮਤ ਨਹੀਂ ਪਾਈ। ਬੰਦੇ ਨੇ ਦਰਖਤ ਵੱਢਤੇ, ਬੰਦੇ ਨੇ ਨਦੀਆਂ ਨਾਲੇ ਸਾਗਰ ਸਮੁੰਦਰ ਖਰਾਬ ਕਰਤੇ, ਬੰਦੇ ਨੇ ਪਾਣੀ ਖਰਾਬ ਕਰਤਾ, ਬੰਦੇ ਨੇ ਹਵਾ ਖਰਾਬ ਕਰਤੀ। ਅੱਜ ਕਹਿੰਦਾ ਹੈ ਰੱਬ ਨੇ ਬਿਮਾਰੀ ਕਿਉਂ ਲਾਈ ਆ? ਰੱਬ ਨੇ ਕਦੋਂ ਲਾਈ ਆ? ਬੰਦੇ ਨੇ ਲਾਈ ਆ। ਕਹੋ ਸਤਨਾਮ। ਬੰਦਾ ਇੰਟੀ ਚੱਲਿਆ ਕੁਦਰਤ ਦੇ। ਕੁਦਰਤ ਹੈ ਕੀਮਤ ਨਹੀਂ ਪਾਏ। ਜਿਨ ਦੀਆ ਤੁਧ ਨੀਰ ਨਿਰਮੋਲਾ, ਜਿਹਨੇ ਤੈਨੂੰ ਪਵਿੱਤਰ ਪਾਣੀ ਦਿੱਤਾ। ਜਿਨ ਦੀਆ ਤੁਧ ਪਵਨ ਅਮੋਲਾ, ਜਿਹਨੇ ਤੈਨੂੰ ਆਕਸੀਜਨ ਦਿੱਤੀ ਸੁੰਦਰ। ਜੇ ਦਰਖਤ ਨਹੀਂ ਲਾਓਗੇ ਤੇ ਆਕਸੀਜਨ ਆਊ ਕਿੱਥੋਂ ਬਈ ਦੁਬਾਰੇ? ਫਿਰ ਸਾਹ ਚੜੂਗਾ ਹੀ ਸਾਡਾ। ਕੋਈ ਸਤਨਾਮ, ਫਿਰ ਮੌਤ ਹੀ ਆ। ਜਿਨ ਦੀਆ ਤੁਧ ਨੀਰ ਨਿਰਮੋਲਾ, ਜਿਨ ਦੀਆ ਤੁਧ ਪਵਨ ਅਮੋਲਾ, ਜਿਨ ਦੀਆ ਤੁਧ ਪਾਵਕ ਬਲਨਾ। ਆ ਅੱਗ ਦਿੱਤੀ ਜਿਹਦੇ ਨਾਲ ਸਵਾਦਲੇ ਭੋਜਨ ਬਣਾ ਕੇ ਖਾਂਦੇ ਹੋ। ਜਿਨ ਦੀਆ ਤੁਧ ਨੀਰ ਨਿਰਮੋਲਾ, ਜਿਨ ਦੀਆ ਤੁਧ ਪਵਨ ਅਮੋਲਾ। ਸੋ ਐਸੇ ਪਰਮੇਸ਼ਰ ਨੂੰ ਕਿਉਂ ਵਿਸਰੀਏ? ਸੁਖਮਨੀ ਸਾਹਿਬ 'ਚ ਕਹਿੰਦੇ, ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ। ਆਕਸੀਜਨ ਕਰਕੇ ਜੀਵਨ ਹੈ। ਇਹ ਬਿਮਾਰੀ ਦੇ ਸਮੇਂ ਦੇ ਵਿੱਚ ਵੀ ਦੁਨੀਆ ਪੈਸੇ ਇਕੱਠੇ ਕਰਨ 'ਤੇ ਲੱਗੀ ਹੈ ਬਈ ਸ਼ਾਇਦ ਆਕਸੀਜਨ ਮਹਿੰਗੀ ਵੇਚ ਕੇ ਅਸੀਂ ਬਹੁਤ ਅਮੀਰ ਹੋ ਜਾਵਾਂਗੇ ਅਤੇ ਕੱਲ੍ਹ ਨੂੰ ਸੋਡਾ ਵੀ ਸਾਹ ਰੁਕ ਸਕਦਾ। ਕੋਈ ਫੇਰ ਕਿੱਧਰ ਜਾਣਗੇ ਉਹ ਪੈਸੇ? ਇਟਲੀ ਵਾਲਿਆਂ ਨੇ, ਬਾਹਰਲੇ ਦੇਸ਼ਾਂ ਵਾਲਿਆਂ ਨੇ ਸੜਕਾਂ 'ਤੇ ਸਿੱਟਦੇ ਸੀ ਪੈਸੇ। ਪਿਛਲੇ ਸਾਲ ਜਦੋਂ ਆਇਆ ਕਰੋਨਾ, ਇਹ ਪੈਸਾ ਨਹੀਂ ਜ਼ਿੰਦਗੀ ਬਚਾ ਸਕਦਾ। ਜ਼ਿੰਦਗੀ ਤਾਂ ਪਰਮੇਸ਼ਰ ਨਾਲ ਜੁੜ ਕੇ ਕੁਦਰਤ ਨੂੰ ਸੰਭਾਲ ਕੇ ਬਚ ਸਕਦੀ ਆ। ਜੇ ਕੁਦਰਤ ਨੂੰ ਸੰਭਾਲਾਂਗੇ, ਦਰਖਤ ਲਾਵਾਂਗੇ, ਵੱਧ ਤੋਂ ਵੱਧ ਪੌਦੇ ਲਾਵਾਂਗੇ, ਪਾਣੀਆਂ ਨੂੰ ਸਾਫ਼ ਰੱਖਾਂਗੇ, ਫੈਕਟਰੀਆਂ ਦਾ ਗੰਦਾ ਪਾਣੀ ਨਹਿਰਾਂ ਵਿੱਚ ਨਹੀਂ ਪਾਵਾਂਗੇ। ਜਿਹੜਾ ਸੁੰਦਰ ਪਾਣੀ ਉਹਨੂੰ ਦਿੱਤਾ ਉਹਦੀ ਕਦਰ ਨਹੀਂ ਪਾਈ ਅਤੇ ਦੁਕਾਨਾਂ ਤੋਂ 20 ਰੁਪਈਆਂ ਦੀ ਬੋਤਲ ਲੈ ਕੇ ਪੀਂਦੇ ਆ। ਕੋਈ ਸਤਨਾਮ ਸ੍ਰੀ, ਉਹਦਾ ਸ਼ੁਕਰੀਆ ਨਹੀਂ ਕੀਤਾ। ਅਤੇ ਇੱਕ ਦਿਨ ਉਹ ਵੀ ਨਹੀਂ ਮਿਲਣਾ ਜਦੋਂ ਸਾਰਾ ਪਾਣੀ ਗੰਧਲ ਗਿਆ।
किड्डी साइंटिफिक गल लिखी बाबे नानक ने, दुनिया ने एवं समझ लिया। पवन गुरु पानी पिता माता धरत महत वडियाई दिती, ये तीन चीज़ां बड़ियां वड्डियां सामभ के रखे हो। पवन गुरु धरती भी खराब की, आ प्लास्टिक के नाल धरती सारी जाम कर दी आ। को सतनाम ये पा पा के रेहां स्प्रेहां यदी ताकत खत्म कर दी, ज़्यादा फसलां लैण दे लालच विच। जिहड़ी नॉर्मल फसल हुंदी सी ना बिना रेहां स्प्रेहां वाली, वो शरीर नूं ताकत भी दिंदी सी। ये तो फोकियां कणकां फोकियां फसलां, ये तो टीके ला ला के वधाइयां। हरेक चीज़ बंदा टीके ला ला वधाउंदा है, काहली है तेजी है अमीर होण दी। कद्दूआं दी बेलां नूं टीका ला दिंदी है, कद्दू छेती छेती वड्डा हो जांदा। मुर्गी फार्मां वाले मुर्गियां दे टीके ला दिंदे आ, छोटा जिहा बच्चा 2 महीनों में मुर्गा बन जाता, पर है तो वह फुलिया होया गुब्बारा, वो जो ताकत कित्थों मिलनी आ। को सतनाम श्री। इस करके ये दुनिया उल्ट चली हुई है। प्रीतम जी कह रहे हैं वो कुदरत विच वसदा है, उन्होंने संभालो। कुदरत करके वसिया सोए, वक्त विचारे सो बंदा होए। कुदरत है कीमत नहीं पाए, ਜਾਂ कीमत पाए तो कहीं ना जाए। तो जिन्हों ने यदि कीमत नूं जाणिया वो दस नहीं सके कितनी कीमत है। उन्होंने इदा कहना पिया कि वह बेअंत है। उन्होंने कहना पिया अमुल गुण अमुल व्यापार, अमुल व्यापारी है, अमुल भंडारे का मुल कोई नहीं। मूहरे आड़ा लाता सारे अखरां ने मूहरे। आड़ा कहता कोई मुल नहीं है चीज़ों का, तो दुनिया ने कदर नहीं पाई, तो फिर अज दुखी आ। कुदरत है कीमत नहीं पाए, जां कीमत पाए तो कहीं न जाए। शरह शरीयत करे विचार, धर्म दे विच रह के। शरह हुंदा धर्म, मुसलमान शरह कहंदे, आपां धर्म कहने आ। शरह दे विच रह के भाव कंट्रोल विच रह के। शरह का मतलब ये नहीं कि आपां मुसलमान बन जाइए, ये शब्द सारिਆਂ वास्ते है। शरह का भाव धर्म दे विच रह के, कंट्रोल विच रह के, अपने जीवन नूं कंट्रोल च रख के। पर दुनिया का तग ही टुट गया। तग हुंदा जनेऊ, तो जनेऊ कला हिंदू वास्ते नहीं, तागू का मतलब ब्रेक कंट्रोल जीवन के उत्ते। आ गात्रा भी जीवन ते कंट्रोल है। को सतनाम। जे आ पाया, जिहदे नहीं पाया वो ठेके ते जावे, वो गलियां च लेटे, कोई कुछ नहीं कहता, कोलदी टप जाता है। पर जे गात्रे वाला, जनेऊ वाला ਜਾਂ खाकी वर्दी वाला, पुलिस वाला इहो जिहा काम करे, तो फिर तुहानूं पता है ਉਹਦੀ दुनिया गल चक लैंदी है भी तू ये काम क्यों किया बई, तैनूं आग्या नहीं है। ਜਿਹਦੇ कोई धर्म का चिन्ह नहीं पाया, वो जिथे मर्जी लिटदा फिरे, जो मर्जी करे, उन्होंने कोई इन्ना टोकदा नहीं। आ कल परसों खाकी वर्दी वालियां नूं किन्ना टोकिया लोगों ने भी तुसीं गलत किया बई, गरीब दे लत्त मारी। कहो सतनाम। भाव कहण तो है कि दुनिया का तग टुट गया। तग न अखी, तग न पैरी, तग न हथी, न पैरों ते कंट्रोल, न हत्थां ते कंट्रोल। तग न पैरी, तग न हथी, तग न जेवा, न जीव ते कंट्रोल। तग न जेवा, तग न अखी, न अखां ते कंट्रोल। बेतगा आप दे कंट्रोल नहीं, दूजियां दे जनेऊ गात्रे पा पा के अपने आप नूं संसार दा मुखी दसदा। को सतनाम श्री। इस करके तग न जेवा, तग न आखी, बेतगा आपे वत्तै वट धागे अवरा कत्तै। जनेऊ बना बना के दूजियां ने पाउंदा। ये उस वेले हरदयाल ब्राह्मण दे नाल बाबे नानक ने गलबात की। जदों बाबे नानक दे जनेऊ पाउण वास्ते आया, उदों ਜਿਹੜੀਆਂ हिंदू धर्म विच कुरीतियां सन, वो बाबे नानक ने आसा दी वार च ਜ਼ਾਹਰ कीतियां। को सतनाम सी। तग न जेवा, तग न अखी, वे तग्गा आपे वत्तै वट धागे अवरा घत्तै। लै पहाड़ करे भी आहो। लड़की लड़के का विआह करने वास्ते बहुत सारा पैसा लैंदा, भाड़ा किराया लैंदा। मैं फेर फेरे कराऊंगा, पहला इन्ने पैसे दिओ। कढ़ कागल दसे राहू, आपदी पत्री कढ़ के लोगों नूं कहंदा आह ग्रह है तेरे ते, आह ग्रह है, लोगों नूं चक्करां च पाया होया। सुन वेखो लोका यह विडान, मन अंधा। ऊँ तो अन्नी अज्ञानता करके दुनिया में कहते फलाने सियाने कोले चल के आइए, वो आपदे घर नूं सियाने आ, सोडे वास्ते सियाने नहीं। मन अंधा ना हो सजान। इस करके गुरु कृपा करन, समा संभालीए, जां कीमत पाए तो कहीं ना जाए।
शरह शरीयत करे विचार, बिन बूझे कैसे पावे पार। गुरु तो पूछे तो बगैर किवें समझ आजू। सिदक कर सिजदा, तेरा मत्था टेकना तां मंजूर है जे तू सबर संतोख ते होवे, अपने सिदक ते अपने धर्म ते खड़ा होवे, नहीं तो मत्था टेकिया भी बेकार है। कहो सतनाम श्री। संसार दे विच रहिंदा होया जे तू कुदरत मुताबक चलना, तेरा मत्था टेकिया प्रवान है, नहीं तो भावें 100 बारी मत्था टेक जा प्रवान नहीं। कहो सतनाम श्री। सिदक कर सिजदा, सिजदा मत्था टेकना मुसलमानी माता शब्द है, सिजदा मत्था टेकना। सिदक कर सिजदा मन कर मकसूद, जह तिर देखा तह तिर मौजूद। जब तू धर्म च आ गया ना, तेनों हर थां ते रब दिसूगा। बांके बंगाली है कि दिल्ली के दिलवाली है, सब तेरी आज्ञा में चलता है। मानस की जात सब है एक के पहचान वो, करता करीम सोई राज के रहीम ओही। दूसरों ना भेद कोई भूल भरम मान वो, निकलो इन्हां भरमा चों हर थां ते ओ वसिया। चौथे पातशाह जी कहंदे महाराज तू हर थां ते वसदा है, जो गुरमुख हर आराध दे तिनहों कुरबाना। जिहड़े तैनूं सिमरदे उन्हां तो बलिहारे जावां, तू आपे आप वरतदा कर चोज विडाणा। हर थां ते तेरा स्वरूप है, तेरा वासा है, ये तेरे चोज हन। विचारां इत्थे रोकदे आ। बोलदियां ने एक आखर बाद घाट हो जांदे। सिख संगतां ते सतगुरु बख्शण जोग है, बख्श लैना जी। समाप्ति करिए। बुलाओ फतेह पाओ फतेह। वाहिगुरु जी का खालसा, वाहिगुरु जी की फतेह। वाहिगुरु वाहिगुरु।